पहला। शाम कह सितंबर स्वामी, सच में अच्छे साच रहे। सबको सच समावे, ऋग कह रहा भरपूर। राम नाम देवा में सूर, नाए लय पराछत जाहे। नानक तो मोखंतर पाए। जुज में जोर छली चंद्रावल, कान कृष्ण जादम भया। पार जात गोपी ले आया, बिंद्रावन में रंग किया। कल में वेद अथर बन हुआ, नाव खुदाई अल्लाह भया। नील बस्त्र ले कपड़े पहरे, तुर्क पठानी अमल किया। चारे वेद होए सचियार, पढ़े गुणे तिन चार विचार। पाओ भगत कर नीच सदाए, तो नानक मोखंतर पाए। वाहिगुरु जी का खालसा, वाहिगुरु जी की फतेह। गुरु सवारी साध संगत जीओ, क्योंकि पवित्र बाणी श्री आसा की वार विच जगत गुरु गुरु नानक देव जी महाराज ने बड़े ही विस्तार दे नाल पिछले युगां दी ते वेदां दी गल कीती। आम संगत विच क्योंकि इस पवित्र बाणी दा कीर्तन ते हुंदा है, पर विचार ना होण करके आम संगत नूं इसका पता नहीं, ते इसलिए सानू इसकी विचार करन विच थोड़ा विस्तार करन दी लोड़ पई है। तरीका उही महाराज ने रखिया कि पहला उन्हां प्रचलित गल्लां दा वर्णन कर दें, फिर अखीर विच अपना जो सिद्धांत है, जो गुरमत का निशाना है, उसका वर्णन कर दें। प्रिंसीपल साहिब सिंह जी ने नोट दिता है कि इस श्लोक विच गुरु नानक साहिब जी हिंदू मत अनुसार युगां दी कीती हुई वंड ते विचार करते हुए फरमांदे हन, सतयुग त्रेता द्वापर कलयुग दे पहरे दी पछाण करन वास्ते जीवां दे आम प्रवृत्ति सुभाव वल वेखो। जिथे धर्म प्रबल है, उत्थे मानो सतयुग दा राज है, ते जिथे कूड़ प्रधान है, उत्थे समझो कलयुग दा पहरा। युगां दा प्रभाव जगत ते नहीं है, जगत ते जीवां दा सुभाव ते आचरण बदलण नाल मानो युग बदल गए। हुण भी मैं देखता हाँ, जिस घर विच परिवार सुखी वसदा है, छोटे वड्डियां दा सत्कार करते ने, वड्डे छोटियां नाल प्यार करते ने, और घर विच एक दूजे लई बड़ी सहनशीलता नाल चलते ने। असी सहजे कह देने जी तुहाडा घर ते स्वर्ग वर्गा। ते जिस घर विच कला कलेश होवे, कोई वड्डियां दा सत्कार ना करे, वड्डियां दी गल ना मन्ने, सब एक दूजे नाल लड़दे झगड़दे होण, ते असीं कहने भी इत्थे ते बड़ा कलयुग है। तो गल बिल्कुल ठीक है कि बंदियां दे जीवां दे सुभाव अनुसार युग दा नाम असी वरतदे। लो हुण महाराज कहंदे ने, शाम कह सितंबर स्वामी। स्वामी दा मतलब है मालक। ते हुण चार युग हन ते चार वेद हन। साम वेद जिहड़ा है, उहदी ये राय है
ਕਿ ਸੇਤੰਬਰ ਸੁਆਮੀ, ਪਹਿਲੇ ਯੁੱਗ ਵਿੱਚ ਜੋ ਮਾਲਕ ਸੀ ਉਹ ਸੇਤੰਬਰ ਸੀ। ਸੇਤੰਬਰ ਦੇ ਅੱਖਰੀ ਅਰਥ ਨੇ ਸਵੇਤ ਅੰਬਰ, ਚਿੱਟੇ ਕੱਪੜਿਆਂ ਵਾਲਾ। ਭਾਵ ਲੋਕਾਂ ਦਾ ਸੁਭਾਵ ਹੰਸਾਂ ਵਰਗਾ ਸੀ। ਜਿਵੇਂ ਹੰਸ ਮੋਤੀ ਖਾਂਦਾ ਹੈ, ਦੁੱਧ ਵਿੱਚੋਂ ਦੁੱਧ ਵੱਖਰਾ ਕਰ ਲੈਂਦਾ, ਪਾਣੀ ਵੱਖਰਾ ਕਰ ਲੈਂਦਾ। ਸਾਮ ਕਹਿ ਸਿਤੰਬਰ ਸੁਆਮੀ, ਸੱਚ ਮੈਂ ਆਛੈ ਸਾਚ ਰਹਿ। ਲੋਕ ਜੀਵ ਸੱਚ ਵਿੱਚ ਵਰਤਦੇ ਹਨ। ਆਛੈ ਦਾ ਮਤਲਬ ਹੈ ਸੱਚ ਦੀ ਪ੍ਰਧਾਨਤਾ। ਸੱਚ ਨੂੰ ਲੋਕ ਮੁੱਖ ਦਰਜਾ ਦਿੰਦੇ ਹਨ, ਸਤਿਕਾਰ ਦਿੰਦੇ। ਔਰ ਇਸੇ ਤਰ੍ਹਾਂ ਜਿਹੜੇ ਸੱਚ ਵਿੱਚ ਰਹਿੰਦੇ ਨੇ ਉਹ ਸੱਚ ਵਿੱਚ ਹੀ ਆਪਣਾ ਵਰਤਾਓ ਕਰਦੇ ਨੇ। ਸਭ ਕੋ ਸੱਚ ਸਮਾਵੈ, ਸਾਰੇ ਲੋਕ ਸੱਚ ਦੇ ਨਾਲ ਜੁੜੇ ਹੋਏ ਨੇ। ਹੁਣ ਦੇਖੋ, ਸੱਚ ਦੇ ਚੱਚੇ ਨੂੰ ਸਿਆਰੀ ਹੈ, ਸੱਚ ਉੱਪਰ ਵੀ ਆਇਆ। ਸਾਮ ਕਹਿ ਸਿਤੰਬਰ ਸੁਆਮੀ, ਸੱਚ ਮੈਂ ਆਛੈ ਸਾਚ ਰਹਿ। ਇੱਕ ਸੱਚ ਜਿਹੜਾ ਉਹ ਚੱਚੇ ਨੂੰ ਚੱਚਾ ਮੁਕਤਾ ਹੈ, ਕਿਉਂਕਿ ਨਾਲ ਸੱਚ ਮੈਂ ਆ ਗਿਆ। ਇੱਕ ਸੱਚ ਦੇ ਚੱਚੇ ਨੂੰ ਸਿਆਰੀ ਹੈ, ਸਾਚ ਰਹੇ, ਸੱਚ ਵਿੱਚ ਜੁੜੇ। ਸਭ ਕੋ ਸੱਚ ਸਮਾਵੈ, ਸਾਰੇ ਜਿਹੜੇ ਜੀਵ ਹਨ ਉਹ ਸੱਚ ਦੇ ਧਾਰਨੀ ਹਨ। ਭਾਵ ਸੱਚ ਨੂੰ ਜੀਵਨ ਵਿੱਚ ਪ੍ਰਧਾਨਤਾ ਦਿੰਦੇ ਨੇ। ਇਹ ਸਾਮ ਵੇਦ ਦੀ ਰਾਏ ਹੈ। ਰਿਗ ਕਹਿ ਰਿਹਾ ਭਰਪੂਰ, ਜਿਹੜਾ ਰਿਗ ਵੇਦ ਹੈ ਉਹ ਇਹ ਕਹਿੰਦਾ ਹੈ ਕਿ ਭਰਪੂਰ, ਜੋ ਚੰਗੀ ਤਰ੍ਹਾਂ ਵਿਆਪਕ ਹੈ, ਰਮਿਆ ਹੋਇਆ। ਰਾਮ ਨਾਮ ਦੇਵਾ ਮੈਂ ਸੂਰ, ਰਾਮ ਜੀ ਦਾ ਨਾਮ ਜਿਹੜਾ ਹੈ ਉਹ ਦੇਵਤਿਆਂ ਵਿੱਚ ਸੂਰਜ ਵਾਂਗੂ ਚਮਕਦਾ। ਭਾਵ ਅਗਲੇ ਯੁੱਗ ਵਿੱਚ ਰਾਮ ਜੀ ਦੇ ਨਾਮ ਦੀ ਬੜੀ ਪ੍ਰਤਿਸ਼ਠਾ, ਔਰ ਇਹ ਪ੍ਰਚਲਿਤ ਹੈ ਕਿ ਨਾਏ ਲੈ ਪਰਾਛਤ ਜਾਹੇ। ਰਾਮ ਜੀ ਦਾ ਨਾਮ ਲੈਣ ਕਰਕੇ ਜਿਹੜੇ ਕੀਤੇ ਹੋਏ ਪਾਪ ਨੇ ਉਹ ਦੂਰ ਹੋ ਜਾਂਦੇ। ਲੰਬੀ ਵਿਚਾਰ ਵਿੱਚ ਆਈਏ ਤੇ ਬਹੁਤ ਕੁਝ ਹੋਰ ਕਹਿਣਾ ਪਵੇਗਾ, ਪਰ ਅਸੀਂ ਅਖਰੀ ਅਰਥਾਂ ਤੋਂ ਸੇਧ ਲੈ ਰਹੇ। ਨਾਨਕ ਤੋ ਮੋਖ ਅੰਤਰ ਪਾਹੇ। ਰਿਗਵੇਦ ਦੀ ਇਹ ਵਿਚਾਰ ਹੈ ਕਿ ਸਭ ਦੇਵਤਿਆਂ ਵਿੱਚ ਰਾਮ ਜੀ ਦਾ ਨਾਮ ਸੂਰਜ ਵਾਂਗੂ ਚਮਕਦਾ, ਔਰ ਰਾਮ ਦਾ ਨਾਮ ਲੈਣ ਕਰਕੇ ਕੀਤੇ ਹੋਏ ਪਾਪ ਧੋਤੇ ਜਾਂਦੇ ਨੇ। ਨਾਨਕ ਤੋ ਮੋਖ ਅੰਤਰ ਪਾਹੇ। ਇਹ ਸਾਮ ਵੇਦ ਦੀ ਰਾਏ ਹੈ, ਰਿਗਵੇਦ ਦੀ ਰਾਏ ਹੈ। ਨਾਨਕ ਜੀ ਫਰਮਾਉਂਦੇ ਨੇ ਕਿ ਰਾਮ ਦਾ ਨਾਮ ਲੈਣ ਕਰਕੇ ਮੁਖ ਅੰਤਰ ਪਾਏ। ਇਹ ਉਸ ਵੇਦ ਦੀ ਰਾਏ ਹੈ। ਜੁਜ ਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ। ਹੁਣ ਜੁਜ, ਇਹ ਯੁਜਰ ਵੇਦ ਦਾ ਨਾਮ ਹੈ। ਇਹ ਦੁਆਪਰ ਯੁੱਗ ਦੀ ਗੱਲ ਹੈ। ਯੁਜਰ ਵੇਦ ਕਹਿੰਦਾ ਹੈ ਕਿ ਦੁਆਪਰ ਯੁੱਗ ਦੇ ਅੰਦਰ ਸ਼੍ਰੀ ਕ੍ਰਿਸ਼ਨ ਜੀ ਹੋਏ। ਹੁਣ ਉਹਨਾਂ ਦੀ ਇੰਟਰੋਡਕਸ਼ਨ ਕਰਾਈ ਹੈ। ਉਹ ਕਿਹੜੇ ਕ੍ਰਿਸ਼ਨ ਜੀ? ਜਿਨ੍ਹਾਂ ਨੇ ਜੋਰ ਛਲੀ ਚੰਦਰਾਵਲ। ਹੁਣ ਚੰਦਰਾਵਲ ਕੌਣ ਸੀ? ਇੱਕ ਗੋਪੀ ਦਾ ਨਾਮ ਸੀ। ਇਹ ਰਾਧਾ ਦੀ ਚਚੇਰੀ ਭੈਣ ਸੀ। ਰਾਧਾ ਦੇ ਪਿਤਾ ਬ੍ਰਿਖਭਾਨ ਦੇ ਜੇਠੇ ਭਰਾ ਚੰਦਰਭਾਨ ਦੀ ਇਹ ਲੜਕੀ ਸੀ। ਚੰਦਰਾਵਲੀ ਗੋਵਰਧਨ ਨਾਲ ਵਿਆਹੀ ਗਈ ਸੀ, ਜੋ ਕਰਲਾ ਨਾਮਕ ਪਿੰਡ ਦਾ ਰਹਿਣ ਵਾਲਾ ਸੀ। ਹੁਣ ਇੱਥੇ ਉਹਨੂੰ ਕਿਵੇਂ ਲਿਆਂਦਾ, ਕਿਵੇਂ ਕਰਿਆ, ਇਹ ਇੱਕ ਲੰਬੀ ਗਾਥਾ, ਸਾਡਾ ਇਹ ਵਿਸ਼ਾ ਨਹੀਂ। ਪਰ ਇਹ ਸਮਝਣਾ ਜ਼ਰੂਰੀ ਹੈ
कि जुज में जोर छली चंद्रावल, कान कृष्ण जादम भया। ਉਹ ਕ੍ਰਿਸ਼ਨ ਜੀ ਜਿਨ੍ਹਾਂ ਨੂੰ ਕਾਨ ਵੀ ਕਿਹਾ ਜਾਂਦਾ ਸੀ, ਜਿਨ੍ਹਾਂ ਦਾ ਰੰਗ ਸਾਂਵਲਾ ਸੀ, ਉਹ ਚੰਦਰਾਵਲ ਨਾਮ ਦੀ ਗੋਪੀ ਨੂੰ ਛਲ ਕੇ ਆਪਣੇ ਘਰ ਵਿੱਚ ਪਾ ਲਿਆ। ਭਾਵ ਉਸ ਨਾਲ ਉਹਨਾਂ ਨੇ ਆਪਣਾ ਸੰਬੰਧ ਪੈਦਾ ਕੀਤਾ। ਕਿਉਂ ਕੀਤਾ, ਕਿਵੇਂ ਕੀਤਾ, ਅਸੀਂ ਇਸ ਬਹਿਸ ਵਿੱਚ ਨਹੀਂ ਜਾਂਦੇ। ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮੈਂ ਰੰਗ ਕੀਆ। ਪਾਰ ਜਾਤ ਇੱਕ ਬ੍ਰਿਛ ਦਾ ਨਾਮ ਹੈ। ਐਸਾ ਵਰਣਨ ਆਉਂਦਾ ਹੈ ਕਿ ਜਦੋਂ ਦੇਵਤਿਆਂ ਨੇ ਰਲ ਕੇ ਸਮੁੰਦਰ ਨੂੰ ਰਿੜਕਿਆ ਤੇ ਉਹਦੇ ਵਿੱਚੋਂ 14 ਰਤਨ ਨਿਕਲੇ, ਜਿਨ੍ਹਾਂ ਵਿੱਚੋਂ ਇੱਕ ਪਾਰਜਾਤ ਰੁੱਖ ਸੀ। ਕ੍ਰਿਸ਼ਨ ਜੀ ਨੇ ਇਹ ਰੁੱਖ ਉਸ ਬਾਗ ਵਿੱਚੋਂ ਪੁੱਟ ਕੇ ਲਿਆਂਦਾ ਤੇ ਆਪਣੀ ਪਿਆਰੀ ਸੱਤਿਆਭਾਮਾ ਦੇ ਬਾਗ ਵਿੱਚ ਲਾ ਦਿੱਤਾ। ਇਹ ਸੱਤਿਆਭਾਮਾ ਰਾਜਾ ਸ਼ਤਰਾਜਿਤ ਦੀ ਧੀ ਸੀ ਤੇ ਸ੍ਰੀ ਕ੍ਰਿਸ਼ਨ ਜੀ ਦੀ ਪਿਆਰੀ ਇਸਤਰੀ ਸੀ। ਇੰਦਰ ਦੇ ਬਾਗ ਵਿੱਚ 5 ਵਧੀਆ ਜਾਤੀ ਦੇ ਰੁੱਖ ਦੱਸੇ ਗਏ, ਜਿਨ੍ਹਾਂ ਦੇ ਨਾਮ ਮੰਦਾਰ, ਪਾਰਜਾਤ, ਸੰਤਾਨ, ਕਲਪ ਰੁੱਖ ਤੇ ਹਰੀ ਚੰਦਨ। ਫਿਰ ਉੱਥੇ ਧਿਆਨ ਲਿਆਓ, ਜੁਜ ਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ। ਜਾਦਮ ਕੁਲ ਵਿੱਚ ਸ੍ਰੀ ਕ੍ਰਿਸ਼ਨ ਜੀ ਹੋਏ। ਪਾਰ ਜਾਤ ਗੋਪੀ ਲੈ ਆਇਆ, ਆਪਣੀ ਪਿਆਰੀ ਗੋਪੀ ਨੂੰ ਖੁਸ਼ ਕਰਨ ਲਈ। ਪਾਰ ਜਾਤ ਬ੍ਰਿਛ ਇੰਦਰ ਦੇ ਬਾਗ ਵਿੱਚੋਂ ਪੱਟ ਕੇ ਲਿਆਏ ਤੇ ਉਸ ਸੱਤਿਆਭਾਮਾ ਦੇ ਬਾਗ ਵਿੱਚ ਲਾ ਦਿੱਤਾ। ਬਿੰਦਰਾ ਬਨ ਮੈਂ ਰੰਗ ਕੀਆ, ਕਿਉਂਕਿ ਸ੍ਰੀ ਕ੍ਰਿਸ਼ਨ ਜੀ ਦਾ ਬਹੁਤਾ ਸਮਾਂ ਜੀਵਨ ਦਾ ਬਿੰਦਰਾ ਬਨ ਵਿੱਚ ਬਤੀਤ ਹੋਇਆ। ਰੰਗ ਕੀਆ ਦਾ ਮਤਲਬ ਉੱਥੇ ਉਹਨਾਂ ਨੇ ਕਈ ਤਰ੍ਹਾਂ ਦੀਆਂ ਰੰਗ ਰਲੀਆਂ ਮੌਜਾਂ ਮਾਣੀਆਂ। ਕਲ ਮੈਂ ਵੇਦ ਅਥਰਵਣ ਹੁਆ, ਤੇ ਕਲਯੁਗ ਦੇ ਅੰਦਰ ਵੇਦ ਅਥਰਵਣ ਹੁਆ। ਅਥਰਵਣ ਵੀ ਇੱਕ ਵੇਦ ਦਾ ਨਾਮ ਹੈ। ਹੁਆ ਦਾ ਮਤਲਬ ਹੈ ਉਸ ਦਾ ਪ੍ਰਭਾਵ ਵਧਿਆ। ਤੇ ਨਾਉ ਖੁਦਾਈ ਅੱਲਾ ਭਇਆ, ਜਿਹੜਾ ਪਰਮਾਤਮਾ ਦਾ ਨਾਮ ਸੀ ਉਹ ਖੁਦਾ ਤੇ ਅੱਲਾ ਕਰਕੇ ਕਿਹਾ ਜਾਂਦਾ। ਹੁਣ ਇਹ ਜਿਹੜਾ ਐੜਾ ਲੱਲਾ ਹਾਏ ਨੂੰ ਔਂਕੜ ਹੈ, ਇਹਨੂੰ ਆਮ ਤੌਰ 'ਤੇ ਸਾਡੇ ਪਾਠੀ, ਪ੍ਰੇਮੀ, ਰਾਗੀ, ਕਥਾਵਾਚਕ ਅੱਲੋ ਕਹਿੰਦੇ, ਜਦੋਂ ਕਿ ਅੱਲੋ ਕੋਈ ਸ਼ਬਦ ਨਹੀਂ। ਇਹਦਾ ਉਚਾਰਨ ਅੱਲਾ ਕਹਿਣਾ ਹੈ। ਇਹ ਜਿਹੜਾ ਔਂਕੜ ਹੈ ਇਹ ਨਾਉਨ ਪੁਲਿੰਗ ਇੱਕ ਵਚਨ ਦਾ ਸੂਚਕ ਹੈ। ਤੋ ਮੁਗਲਾਂ ਦਾ ਰਾਜ, ਤੁਰਕਾਂ ਦਾ ਰਾਜ ਹੋ ਗਿਆ ਤੇ ਉਹਨਾਂ ਦੇ ਰਾਜ ਵਿੱਚ ਕਲ ਮੈਂ ਵੇਦ ਅਥਰਵਣ ਹੁਆ, ਨਾਉ ਖੁਦਾਈ ਅੱਲਾ ਭਇਆ। ਨੀਲ ਬਸਤਰਲੇ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ। ਅਮਲ ਦਾ ਮਤਲਬ ਹੈ ਰਾਜ, ਹੁਕਮ। ਤੁਰਕਾਂ ਦਾ ਰਾਜ, ਪਠਾਣਾਂ ਦਾ ਰਾਜ ਹੋ ਗਿਆ ਤੇ ਉਹਨਾਂ ਨੇ ਐਸਾ ਰਿਵਾਜ ਪੈਦਾ ਕੀਤਾ ਕਿ ਨੀਲੇ ਰੰਗ ਦੇ ਬਸਤਰ ਉਹਨਾਂ ਨੇ ਪਹਿਨੇ। ਇਹ ਉਹਨਾਂ ਨੂੰ ਬਹੁਤ ਚੰਗਾ ਲੱਗਾ ਤੇ ਪਰਮੇਸ਼ਵਰ ਦਾ ਨਾਮ ਜਿਹੜਾ ਸੀ ਉਹ ਖੁਦਾ ਤੇ ਅੱਲਾ ਕਿਹਾ ਜਾ। ਚਾਰੇ ਵੇਦ ਹੋਏ ਸਚਿਆਰ, ਇਸ ਤਰ੍ਹਾਂ ਸਾਮ ਵੇਦ, ਰਿਗ ਵੇਦ, ਜਜੁਰ ਵੇਦ, ਅਥਰਵਣ ਵੇਦ, ਇਹ ਚਾਰੇ ਵੇਦ ਜਿਹੜੇ ਸਨ ਸਚਿਆਰ ਹੋਏ। ਭਾਵ ਇਹਨਾਂ ਦਾ ਜਿਹੜਾ ਪ੍ਰਭਾਵ ਸੀ ਉਹਦੇ ਵਿੱਚ ਇਹ ਕੁਝ ਹੋਇਆ। ਕਲ ਮੈਂ ਵੇਦ ਅਥਰਵਣ ਹੁਆ ਦੇ ਸੰਬੰਧ ਵਿੱਚ ਪ੍ਰਿੰਸੀਪਲ ਸਾਹਿਬ ਲਿਖਦੇ ਨੇ ਕਿ ਇਹ ਯੁਗਾਂ ਦਾ ਪ੍ਰਭਾਵ
ਤਥਾ ਜੀਵਾਂ ਦਾ ਵਰਤਾਓ ਤੇ ਵੇਦਾਂ ਦੇ ਅਨੁਕੂਲ ਕਿਹਾ ਜਾਂਦਾ। ਅਸੀਂ ਇਸ ਬਹਿਸ ਵਿੱਚ ਨਹੀਂ ਪੈਂਦੇ। ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਚਾਰੇ ਵੇਦ ਸਚਿਆਰ ਹੋ ਗਏ। ਪੜ੍ਹੈ ਗੁਣੈ ਤਿੰਨ ਚਾਰ ਵਿਚਾਰ, ਤੇ ਜਿਹੜੇ ਇਹਨਾਂ ਚਾਰੇ ਵੇਦਾਂ ਦੇ ਮੰਤਰਾਂ ਨੂੰ ਪੜ੍ਹਦੇ ਹਨ, ਗੁਣੈ ਵਿਚਾਰ ਕਰਦੇ ਨੇ, ਉਹਨਾਂ ਦੇ ਵਿਚਾਰ ਆਮ ਲੋਕਾਂ ਨਾਲੋਂ ਸੁੰਦਰ ਸੋਹਣੇ ਹੋ ਜਾਂਦੇ। ਕਿਉਂਕਿ ਕਿਸੇ ਗ੍ਰੰਥ ਨੂੰ ਨਿਰਾ ਮੱਥਾ ਟੇਕਣ ਨਾਲ ਕੁਝ ਨਹੀਂ ਪਤਾ ਲੱਗਦਾ। ਜੋ ਕੁਝ ਵੇਦਾਂ ਵਿੱਚ ਗਿਆਨ ਲਿਖਿਆ ਉਹਨੂੰ ਪੜ੍ਹ ਕੇ ਉਹਦੀ ਉਹ ਕਮਾਈ ਕਰਦੇ ਨੇ ਤੇ ਉਹਨਾਂ ਦੇ ਵਿਚਾਰ ਸੁੰਦਰ ਹੋ ਜਾਂਦੇ। ਸੱਚਮੁੱਚ ਜੇ ਅਸੀਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਪੜ੍ਹੀਏ, ਵਿਚਾਰੀਏ, ਕੁਦਰਤੀ ਗੱਲ ਹੈ ਸਾਡੇ ਵਿਚਾਰ ਸੁੰਦਰ ਹੋ ਜਾਣ। ਕਿਉਂਕਿ ਗੁਰੂ ਆਸ਼ੇ ਮੁਤਾਬਕ ਤੁਰਨ ਦੇ ਨਾਲ ਸਾਡੇ ਕੋਲੋਂ ਕਈ ਵਿਖਾਵੇ, ਵਹਿਮ ਭਰਮ ਛੁੱਟ ਜਾਣ। ਅਖੀਰ ਵਿੱਚ ਮਹਾਰਾਜ ਨਿਚੋੜ ਕਰਦੇ, ਭਾਓ ਭਗਤ ਕਰ ਨੀਚ ਸਦਾਏ। ਭਾਈ ਯੁੱਗ ਭਾਵੇਂ ਸਤਯੁੱਗ ਹੋਵੇ, ਭਾਵੇਂ ਤ੍ਰੇਤਾ ਹੋਵੇ, ਭਾਵੇਂ ਦੁਆਪਰ ਹੋਵੇ, ਭਾਵੇਂ ਕਲਯੁੱਗ, ਨਿਚੋੜ ਦੀ ਗੱਲ ਇਹ ਹੈ ਕਿ ਭਾਓ ਭਗਤ ਕਰ ਨੀਚ ਸਦਾਏ। ਬਈ ਪਰਮਾਤਮਾ ਨਾਲ ਪ੍ਰੇਮਾ ਭਗਤੀ ਕਰੇ, ਚੰਗੇ ਕੰਮ ਕਰੇ ਤੇ ਆਪਣੇ ਆਪ ਨੂੰ ਹਮੇਸ਼ਾ ਨੀਵਾਂ ਰੱਖੇ, ਕਦੇ ਅਹੰਕਾਰੀ ਨਾ ਬਣੇ। ਤਉ ਨਾਨਕ ਮੋਖੰਤਰ ਪਾਏ। ਨਾਨਕ ਜੀ ਫਰਮਾਉਂਦੇ ਨੇ ਤਦੋਂ ਉਸ ਨੂੰ ਮੋਖੰਤਰ, ਇਹਨਾਂ ਸਾਰੇ ਭਰਮਾਂ ਤੋਂ ਸੁਤੰਤਰਤਾ ਮਿਲ ਜਾਏਗੀ, ਉਹਦਾ ਮੋਕਸ਼ ਹੋ ਜਾਏਗਾ। ਭਾਵ ਉਹ ਇਹਨਾਂ ਵਿਚਾਰਾਂ ਤੋਂ ਉੱਚਾ ਉੱਠੇਗਾ। ਪਰ ਕਦੋਂ? ਭਾਉ ਭਗਤ ਕਰ ਨੀਚ ਸਦਾਏ, ਤਉ ਨਾਨਕ ਮੋਖੰਤਰ ਪਾਏ। ਦੇਖੋ, ਅੱਜ ਅਸੀਂ ਬਾਣੀ ਜ਼ਰੂਰ ਪੜ੍ਹਦੇ ਸੁਣਦੇ ਹਾਂ, ਪਰ ਸਾਡੇ ਵਿੱਚ ਆਪਣੇ ਆਪ ਨੂੰ ਨੀਵਾਂ ਕਹਾਉਣ ਵਾਲੀ ਜਿਹੜੀ ਭਾਵਨਾ ਹੈ ਉਹਦੀ ਬੜੀ ਘਾਟ ਆਈ। ਹੁਣ ਤੇ ਇਉਂ ਲੱਗਦਾ ਵੀ ਘਾਟ ਨਾ ਕਿਨੀ ਕਹਾਇਆ, ਸਭ ਕਹਤੇ ਹੈ ਪਾਇਆ। ਸਾਰੇ ਇੱਕ ਦੂਜੇ ਤੋਂ ਅੱਗੇ ਵਧੇ ਹੋਏ। ਪਰ ਬਾਬਾ ਨਾਨਕ ਜੀ ਕਹਿੰਦੇ ਨੇ, ਭਾਈ ਭਾਓ ਭਗਤ ਕਰ ਨੀਚ ਸਦਾਏ, ਤਉ ਨਾਨਕ ਮੋਖੰਤਰ ਪਾਏ। ਪੌੜੀ ਸਤਿਗੁਰ ਵਿਟੋਂ ਬਾਰਿਆ, ਜਿਤ ਮਿਲਿਆ ਖਸਮ ਸੰਭਾਲਿਆ। ਪਾਤਸ਼ਾਹ ਕਹਿੰਦੇ, ਭਾਈ ਸਤਿਗੁਰੂ ਤੋਂ, ਵਿਟੋਂ ਦਾ ਮਤਲਬ ਤੋਂ, ਵਾਰਿਆ, ਮੈਂ ਆਪਣਾ ਆਪ ਕੁਰਬਾਨ ਕਰਦਾ। ਕਿਉਂਕਿ ਗੁਰੂ ਦੇ ਮਿਲਣ ਕਰਕੇ ਜਿਤ ਮਿਲਿਆ ਖਸਮ ਸੰਭਾਲਿਆ। ਗੁਰੂ ਦੇ ਮਿਲਣ ਕਰਕੇ ਉਸ ਮਾਲਕ ਨੂੰ ਯਾਦ ਕੀਤਾ। ਕਿਉਂਕਿ ਗੁਰੂ ਦੀ ਸਿਫਤ ਹੈ ਹੀ ਹੈ ਕਿ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਬਿਧਾ ਬਿਨ ਸਜਾਏ, ਹਰ ਪਰਮ ਪਦ ਲਈਐ ਸਤਿਗੁਰ ਵਿਟੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਨੀ ਨੇਤਰੀ ਜਗਤ ਨਿਹਾਲਿਆ। ਜਿਸ ਗੁਰੂ ਨੇ ਉਪਦੇਸ਼ ਕਰਕੇ ਸਾਡੀਆਂ ਅੱਖਾਂ ਵਿੱਚ ਗਿਆਨ ਦਾ ਸੁਰਮਾ ਪਾਇਆ, ਤੇ ਗਿਆਨ ਦਾ ਸੁਰਮਾ ਪੈਂਦਿਆਂ ਸਾਰ ਇਨੀ ਨੇਤਰੀ, ਇਹਨਾਂ ਅੱਖਾਂ ਦੇ ਨਾਲ ਇਸ ਜਗਤ ਨੂੰ ਨਿਹਾਲਿਆ, ਮਨ ਦਿਖਿਆ, ਔਰ ਇਸ ਦਾ ਅਸਲੀ ਰੂਪ ਸਾਡੀ ਸਮਝ ਵਿੱਚ ਆਏ। ਖਸਮ ਛੋੜ ਦੂਜੇ ਲਗੇ, ਡੁੱਬੇ ਸੇਵਣ ਜਾ ਰਿਹਾ। ਆਖਿਆ ਗੁਰੂ ਨੇ ਸਮਝਾ ਦਿੱਤਾ ਕਿ ਜਿਹੜੇ ਉਸ ਮਾਲਕ ਪ੍ਰਭੂ ਨੂੰ ਛੱਡ ਕੇ ਦੂਜੇ ਲੱਗੇ, ਉਹਦੀ ਮਾਇਆ ਵਿੱਚ ਫਸ ਗਏ ਨੇ, ਉਹ ਵਣਜਾਰੇ ਡੁੱਬ ਗਏ ਨੇ। ਭਾਵ ਉਹਨਾਂ ਨੇ ਆਪਣਾ ਜੀਵਨ ਅਕਾਰਥ ਗਵਾ ਲਿਆ। ਉਹ ਇਸ ਸੰਸਾਰ ਸਮੁੰਦਰ ਵਿੱਚ ਹੀ ਗਰਕ ਹੋ ਗਏ। ਸਤਿਗੁਰੂ ਹੈ ਬੋਹਿ ਥਾ, ਵਿਰਲੇ ਕਿਨੇ ਵਿਚਾਰਿਆ। ਬਹੁਤ ਵਿਰਲੇ ਹਨ
हैन विरले ना ही घणे। है तो संसार विच सब संसारी, पर वो विरले हैं जिन्हां ने ये विचार कीती है कि सतगुरु बोहित है। इस संसार समुद्र तो पार लंघाउण लई जहाज है। सतगुरु है बोहिता, विरले किने विचारिया। अज बहु गिणती भंबल पूसे विच पई हुई है। विरले हन जिन्हां नूं ये समझ आई ते कर किरपा पार उतारिया। ते जिन्हां नूं समझ आई है उन्हां ते किरपा हो गई। वो इस संसार सागर तो पार उतर गए अते नाम जप के उन्होंने अपने जीवन नूं सफल कर लिया। तो सत्संगत ये श्लोक विचार दे पक्षों बड़ा डूंगा है, पर जितनी क दास नूं समझ आई है वो दास ने संगत दे नाल सांझी करन दा यतन कीता है। वाहिगुरु जी का खालसा, वाहिगुरु जी की फतेह।